ਵੈਲਕਮ ਬੈਕ ਇਨ ਦਾ ਵੀਡੀਓ ਜਿਹਦੇ ਚ ਆਪਾਂ ਅੱਜ ਗੱਲ ਕਰਾਂਗੇ ਕਿ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਸੋਸ਼ਲਿਸਟ ਅਪਰੋਚ ਜਿਹੜੀ ਸਮਾਜਵਾਦੀ ਆਈਡੀਓਲੋਜੀ ਸੀ ਜੋ ਲੈਫਟ ਵਿੰਗ ਦੀ ਆਈਡੀਓਲੋਜੀ ਹੈ ਉਹਨੂੰ ਅਪਣਾ ਕੇ ਆਪਣੇ ਭਾਰਤ ਦੇਸ਼ ਦੀ ਬੁਨਿਆਦ ਸਮਾਜਵਾਦ ਦੇ ਉੱਤੇ ਖੜੀ ਕੀਤੀ। ਸੋ ਉਸ ਸਮਾਜਵਾਦ ਦਾ ਕਿੱਦਾਂ ਅੰਤ ਹੋਇਆ, ਕਿੱਦਾਂ ਸ਼ੁਰੂਆਤ ਹੋਈ, ਕਿੰਨੇ ਗੁੱਡ ਕੰਮ ਹੋਏ, ਕਿੰਨੇ ਮਾੜੇ ਹੋਏ, ਕਿੰਨਾ ਚੰਗਾ ਸੀ ਜਾਂ ਕਿੰਨਾ ਬੁਰਾ ਸੀ। ਦਿਸ ਵੀਡੀਓ ਇਜ਼ ਅ ਡਿਟੇਲਡ ਐਨਾਲਿਸਿਸ about Nehruvian socialism। ਸਮਾਜਵਾਦ ਸੋਸ਼ਲਿਜ਼ਮ ਹੁੰਦਾ ਕੀ ਹੈ? ਇਹਦਾ ਮਤਲਬ ਕਿ ਜੋ ਵੀ ਸਰਕਾਰੀ ਆਪਣੇ ਦੇਸ਼ ਦੇ ਅੰਦਰ ਜੋ ਵੀ ਬਿਗ ਕਾਰਪੋਰੇਟ ਕੰਪਨੀਆਂ ਜਾਂ ਸਭ ਕੁਝ ਜੋ ਮੀਨਸ ਆਫ ਪ੍ਰੋਡਕਸ਼ਨ ਹੈ, ਜਿੱਥੋਂ ਪੈਸਾ ਰੈਵਨਿਊ ਚੀਜ਼ਾਂ ਜਨਰੇਟ ਹੁੰਦੀਆਂ, ਉਹ ਸਾਰੇ ਤੇ ਸਰਕਾਰ ਦਾ ਹੱਕ ਹੋਏਗਾ। ਜੋ ਲੋਕਾਂ ਦੀ ਚੁਣੀ ਹੋਈ ਸਰਕਾਰ ਹੋਏਗੀ ਉਹਦਾ ਹੱਕ ਹੋਏਗਾ, ਔਰ ਜੋ ਵੀ ਉਹਦੇ ਚੋਂ ਰੈਵਨਿਊ ਹੈ ਕੁਝ ਵੀ ਆ ਲੋਕਾਂ ਦੇ ਵਿੱਚ ਵੰਡਿਆ ਜਾਏਗਾ ਉਹਨਾਂ ਦੀ ਵੈਲਫੇਅਰ ਦੇ ਲਈ। ਸੋ ਇੰਡੀਆ ਵੈਲਫੇਅਰ ਸਟੇਟ ਜਿਹੜੀ ਆ ਉਹ ਕਨਸੈਪਟ ਸਮਾਜਵਾਦੀ ਕਨਸੈਪਟ ਹੈ। ਲੋਕਾਂ ਦਾ ਵਿਕਾਸ, ਇਹ ਲੋਕਾਂ ਦਾ ਵਿਕਾਸ ਸਬਕਾ ਵਿਕਾਸ ਮੋਦੀ ਵਾਲਾ ਨਹੀਂ ਹੈ, ਇਹਦੇ ਚ ਆਪਾਂ ਗੱਲ ਕਰਾਂਗੇ ਨਹਿਰੂ ਵਾਲੇ ਸਬਕੇ ਵਿਕਾਸ ਦੀ। ਸੋ ਤਿੰਨ ਚੀਜ਼ਾਂ ਹੁੰਦੀਆਂ, ਇੱਕ ਹੁੰਦਾ ਕੈਪੀਟਲਿਜ਼ਮ ਜਿਹੜਾ ਹੁੰਦਾ ਪੂੰਜੀਵਾਦ, ਉਸ ਤੋਂ ਬਾਅਦ ਸੋਸ਼ਲਿਜ਼ਮ ਆਉਂਦਾ। ਸੋਸ਼ਲਿਜ਼ਮ ਦੀ ਅਗਲੀ ਸਟੇਜ ਕਮਿਊਨਿਜ਼ਮ ਆ, ਪਰ ਆਪਾਂ ਸੋਸ਼ਲਿਜ਼ਮ ਦੀ ਗੱਲ ਕਰਦੇ ਹਾਂ ਜਿਹਦੇ ਚ ਸਰਕਾਰ ਦੇ ਹੱਥ ਦੇ ਵਿੱਚ ਰੈਵਨਿਊ ਅਰਥ ਵਿਵਸਥਾ ਜੋ ਵੀ ਇਕਨੋਮਿਕ ਪਾਲਿਸੀਜ਼ ਆ ਉਹ ਸਰਕਾਰ ਦੇ ਥਰੂ ਹੋ ਕੇ ਜਾਂਦੀਆਂ। ਇਹਦੀ ਸ਼ੁਰੂਆਤ ਇੰਡੀਆ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਕੀਤੀ ਸੀ। ਸਭ ਤੋਂ ਪਹਿਲਾਂ ਇੰਡੀਆ ਦੀ ਆਜ਼ਾਦੀ ਤੋਂ ਬਾਅਦ 26 ਜਨਵਰੀ 1950 ਨੂੰ ਜੋ ਕਨਸਟੀਟਿਊਸ਼ਨ ਦੇਸ਼ ਦਾ ਸੰਵਿਧਾਨ ਹੈ ਉਹ ਲਾਗੂ ਹੋ ਜਾਂਦਾ ਹੈ। ਕਨਸਟੀਟਿਊਸ਼ਨ ਲਾਗੂ ਹੋਣ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਹੀ ਜਨਵਰੀ 'ਚ ਕਨਸਟੀਟਿਊਸ਼ਨ ਲਾਗੂ ਹੁੰਦਾ ਔਰ ਮਾਰਚ ਅਪ੍ਰੈਲ ਦੇ ਵਿੱਚ ਜੋ ਪਲਾਨਿੰਗ ਕਮਿਸ਼ਨ ਹੈ ਇੰਡੀਆ ਦਾ, ਪਲਾਨਿੰਗ ਕਮਿਸ਼ਨ ਆਫ ਇੰਡੀਆ, ਜਿਹਦਾ ਅੱਜ ਦੇ ਟਾਈਮ 'ਚ ਨਾਮ ਨੀਤੀ ਆਯੋਗ ਲਿਆ ਜਾਂਦਾ ਹੈ, ਉਹਦਾ ਨਾਮ ਬਦਲ ਦਿੱਤਾ ਗਿਆ, ਉਹ ਇਸਟੈਬਲਿਸ਼ ਹੁੰਦਾ ਹੈ। ਪਲਾਨਿੰਗ ਕਮਿਸ਼ਨ ਦਾ ਕੰਮ ਸੀ ਜੋ ਨਵਾਂ ਬਣਿਆ ਦੇਸ਼ ਹੈ, ਜੋ ਨਵਾਂ ਆਜ਼ਾਦ ਹੋਇਆ ਭਾਰਤ ਦੇਸ਼ ਹੈ, ਉਹਦੇ ਵਿੱਚ ਜੋ ਇਕਨੋਮਿਕ ਢਾਂਚਾ, ਜੋ ਉਹਦਾ ਸੋਸ਼ਲ ਢਾਂਚਾ, ਜੋ ਉਹਦਾ ਇਨਫਰਾਸਟ੍ਰਕਚਰ ਆ, ਉਹਨੂੰ ਇੱਕ ਪਲਾਨਿੰਗ ਦੇ ਤਹਿਤ ਡਿਵੈਲਪ ਕਰਨਾ। ਸੋ ਜੋ ਪੰਡਿਤ ਨਹਿਰੂ ਸੀਗੇ, ਪੰਡਿਤ ਨਹਿਰੂ ਵਾਸ ਹਾਈਲੀ ਇਨਫਲੂਐਂਸਡ ਬਾਈ ਸਟਾਲਿਨ। ਸਟਾਲਿਨ ਕੌਣ ਸੀ? ਸਟਾਲਿਨ ਇੱਕ ਕਮਿਊਨਿਸਟ ਲੀਡਰ ਸੀ ਜਿਹਨੇ ਰਸ਼ੀਆ ਦੇ ਵਿੱਚ ਸਰਕਾਰ ਲੈਨਿਨ ਤੋਂ ਬਾਅਦ ਸਟਾਲਿਨ ਇਸਟੈਬਲਿਸ਼ ਕੀਤੀ ਸੀ, USSR ਬਣਾਇਆ ਸੀ ਜਿਹਨੂੰ ਸੋਵੀਅਤ ਯੂਨੀਅਨ ਵੀ ਕਹਿੰਦੇ ਆ। ਸੋ ਜਿਹੜੀ ਸਟਾਲਿਨ ਦੀ ਸੋਚ ਸੀ ਉਹ ਪ੍ਰੋਪਰ ਇੱਕ ਸਮਾਜਵਾਦੀ ਸੋਚ ਸੀ। ਨਹਿਰੂ ਵਾਸ ਹਾਈਲੀ ਇੰਪ੍ਰੈਸਡ ਬਾਈ ਸੋਵੀਅਤ ਯੂਨੀਅਨ, ਖਾਸ ਤੌਰ ਤੇ ਸਟਾਲਿਨ। ਸੋ ਸਟਾਲਿਨ ਦੀ ਸਰਕਾਰ ਦੇ ਵਿੱਚ ਜੋ 5 ਇਅਰਸ ਪਲਾਨ, 5 ਸਾਲਾਂ ਯੋਜਨਾਵਾਂ, 5 ਸਾਲਾਂ ਪ੍ਰੋਗਰਾਮ ਜੋ ਚੱਲਦੇ ਸੀ ਡਿਵੈਲਪਮੈਂਟ ਦੇ, ਉਹੀ ਸੇਮ ਕਨਸੈਪਟ ਪੰਡਿਤ ਨਹਿਰੂ ਵੱਲੋਂ ਇੰਡੀਆ ਦੇ ਵਿੱਚ ਲਿਆਂਦਾ ਗਿਆ ਔਰ ਉਹੀ ਪਲਾਨਿੰਗ ਕਮਿਸ਼ਨ ਵੱਲੋਂ ਲਾਗੂ ਕੀਤਾ ਗਿਆ। ਹਰ ਇੱਕ 5 ਈਅਰ ਪਲਾਨ, ਜੋ ਹਰ ਇੱਕ 5 ਸਾਲਾ ਯੋਜਨਾ ਹੁੰਦੀ ਆ, ਉਹਦਾ ਇੱਕ ਆਪਣਾ ਗੋਲ, ਇੱਕ ਟੀਚਾ, ਆਬਜੈਕਟਿਵ ਹੁੰਦਾ ਹੈ। ਸੋ ਜੋ ਪਹਿਲਾ ਫਸਟ ਈਅਰ ਪ੍ਰੋਗਰਾਮ ਸੀ ਜੋ ਪੰਡਿਤ ਨਹਿਰੂ ਵੱਲੋਂ ਬਣਾਇਆ ਗਿਆ ਸੀਗਾ, ਉਹਦਾ ਟੀਚਾ ਸੀ ਕਿ ਉਹਦਾ ਗੋਲ ਇਹ ਸੀ ਕਿ ਸਰਕਾਰ ਦਾ ਐਕਟਿਵ ਰੋਲ ਇਨ ਇੰਡਸਟਰੀਜ਼ ਦੇ ਵਿੱਚ, ਕਿ ਸਰਕਾਰ ਪ੍ਰਾਈਵੇਟ ਪਲੇਅਰਸ ਦੇ ਹੱਥ ਦੇ ਵਿੱਚ ਸਭ ਕੁਝ ਨਹੀਂ ਰੱਖੇਗੀ, ਬਲਕਿ ਜੋ ਗਵਰਨਮੈਂਟ ਆਫ ਇੰਡੀਆ ਆ ਉਹਦਾ ਐਕਟਿਵ ਰੋਲ, ਕੰਟਰੋਲ, ਰੈਗੂਲੇਸ਼ਨਸ ਜੋ ਇੰਡਸਟਰੀਜ਼ ਆ ਉਹਦੇ ਉੱਤੇ ਹੋਏਗਾ। ਨਹਿਰੂ ਸਰਕਾਰ ਵੱਲੋਂ ਇੰਡਸਟਰੀਜ਼ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ ਬਹੁਤ ਦੇਰ ਪਹਿਲਾਂ ਹੀ ਲੈ ਆਂਦਾ ਗਿਆ ਸੀ, 5 ਈਅਰ ਪਲਾਨ ਬਣਨ ਤੋਂ ਪਹਿਲਾਂ ਹੀ। ਉਸੇ ਐਕਟ ਦੇ ਅਧੀਨ ਇੱਕ ਤਰ੍ਹਾਂ ਨਾਲ ਉਸ ਐਕਟ ਨੂੰ, ਜੋ ਬਾਅਦ ਵਿੱਚ ਇੱਕ ਵਰਡ ਕਾਫੀ ਸੁਣਿਆ ਵੀ ਹੋਣਾ, ਜਿਹਨੂੰ ਲਾਇਸੈਂਸ ਰਾਜ ਕਹਿੰਦੇ ਸੀ, ਜਿਹਨੂੰ ਪਰਮਿਟ ਰਾਜ ਕਹਿੰਦੇ ਸੀ, ਇਸ ਐਕਟ ਦੇ ਅਧੀਨ ਹੀ ਉਹ ਲਾਇਸੈਂਸ ਰਾਜ, ਉਹ ਪਰਮਿਟ ਰਾਜ ਇੰਡੀਆ ਦੇ ਵਿੱਚ ਸਟਾਰਟ ਹੁੰਦਾ, ਜਿਹਦੇ ਵਿੱਚ ਜਿੰਨੀਆਂ ਵੀ ਪ੍ਰਾਈਵੇਟ ਆਰਗੇਨਾਈਜੇਸ਼ਨ ਸੀ ਜਾਂ ਪ੍ਰਾਈਵੇਟ ਕੰਪਨੀ ਸੀਗੀਆਂ ਜਿਹੜੀਆਂ ਵਧੀਆ ਲੈਵਲ ਤੇ ਕੰਮ ਕਰਦੀਆਂ ਸੀ ਜਾਂ ਨਹੀਂ ਵੀ ਵਧੀਆ ਕਰਦੀਆਂ ਸੀ, ਉਹਨਾਂ ਨੂੰ ਸਰਕਾਰ ਵੱਲੋਂ ਸਰਕਾਰੀ ਬਣਾ ਲਿਆ ਜਾਂਦਾ ਸੀ, ਨੈਸ਼ਨਲਾਈਜ਼ ਕਰ ਲਿਆ ਜਾਂਦਾ ਸੀ। ਸੋ ਇਸੇ ਬਿੱਲ ਦੇ ਅਧੀਨ 1953 ਦੇ ਵਿੱਚ 에ਅਰ ਇੰਡੀਆ ਬਣਦਾ, ਜੋ ਟਾਟਾ 에ਅਰਲਾਈਨ ਸੀ ਪਹਿਲਾਂ। ਟਾਟਾ 에ਅਰਲਾਈਨਸ ਨੂੰ ਜੋ GRD ਟਾਟਾ ਦੀ ਸੀ ਉਹਨੂੰ ਸਰਕਾਰੀ ਕਰ ਲਿਆ ਜਾਂਦਾ ਤੇ ਥੋੜੀ ਕੰਪਨਸੇਸ਼ਨ ਇੱਥੇ ਪ੍ਰਾਈਵੇਟ ਆਰਗੇਨਾਈਜੇਸ਼ਨ, ਜੋ ਪ੍ਰਾਈਵੇਟ ਕੰਪਨੀਆਂ ਆ, ਉਹਨਾਂ ਨੂੰ ਦਿੱਤੀ ਜਾਂਦੀ ਹੈ। ਹੁਣ ਰੀਸੈਂਟਲੀ GRD ਟਾਟਾ ਵਾਸ ਇਨ ਨਿਊਜ਼ ਅਗੇਨ ਬਿਕੋਜ਼ ਇਹ 에ਅਰਲਾਈਨ ਜੋ 에ਅਰ ਇੰਡੀਆ ਬਣੀ ਸੀ ਉਹ ਦੁਬਾਰਾ ਹੁਣ ਟਾਟਾ ਇੰਡਸਟਰੀਜ਼ ਦੇ ਹੱਥਾਂ ਦੇ ਵਿੱਚ ਮੋਨੇਟਾਈਜੇਸ਼ਨ ਪ੍ਰੋਗਰਾਮ ਦੇ ਵਿੱਚ ਜਾ ਚੁੱਕੀ ਹੈ। ਸੋ ਇਹ ਨਹਿਰੂ ਨੇ, ਜੋ ਪੰਡਿਤ ਨਹਿਰੂ ਦੀ ਜੋ ਫਸਟ 5 ਈਅਰ ਪਲਾਨ ਸੀ ਜਿਹਦੇ 'ਚ ਐਕਟਿਵ ਰੋਲ ਦੇਸ਼ ਦੀ ਅਰਥ ਵਿਵਸਥਾ ਦੇ ਵਿੱਚ, ਇੰਡਸਟਰੀਜ਼ ਦੇ ਵਿੱਚ ਸਰਕਾਰ ਦਾ ਹੋਣਾ ਚਾਹੀਦਾ, ਉਹਦੇ ਤਹਿਤ ਇਹ ਜੋ ਜਿੰਨੀਆਂ ਵੀ ਉਸ ਟਾਈਮ ਦੀਆਂ ਵੱਡੀਆਂ ਇੰਡਸਟਰੀ ਸੀ ਉਹਨਾਂ ਨੂੰ ਨੈਸ਼ਨਲਾਈਜ਼ ਕਰ ਦਿੱਤਾ ਗਿਆ। ਦੂਸਰਾ 5 ਸਾਲਾ ਪ੍ਰੋਗਰਾਮ, ਸੈਕੰਡ 5 ਈਅਰ ਪ੍ਰੋਗਰਾਮ 1956 ਤੋਂ ਬਾਅਦ ਸਟਾਰਟ ਹੁੰਦਾ ਹੈ, ਜਿਹਦੇ ਵਿੱਚ LIC ਬਣਦੀ ਹੈ। LIC ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਐਕਟ ਬਣਾਇਆ ਜਾਂਦਾ, ਜਿਹਦੇ ਤਹਿਤ ਜੋ ਉਸ ਟਾਈਮ ਆਪਣੇ ਦੇਸ਼ ਦੇ ਵਿੱਚ ਚੱਲਦੀਆਂ ਹੋਈਆਂ ਜੋ ਪੁਰਾਣੀ ਇੰਸ਼ੋਰੈਂਸ ਕੰਪਨੀ ਸੀ, ਜੋ ਪ੍ਰਾਈਵੇਟ ਇੰਸ਼ੋਰੈਂਸ ਕੰਪਨੀ ਸੀਗੀਆਂ, ਉਹਨਾਂ ਨੂੰ ਨੈਸ਼ਨਲਾਈਜ਼ ਕਰਕੇ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਦੇ ਅਧੀਨ LIC ਬਣਦਾ ਹੈ। ਉਹ ਵੀ ਨੈਸ਼ਨਲਾਈਜ਼ ਕਰ ਦਿੱਤੀਆਂ ਜਾਂਦੀਆਂ, ਸਰਕਾਰੀ ਐਸੈਟ ਬਣਾ ਲਿਆ ਜਾਂਦਾ।
ਨਾਲ ਦੀ ਨਾਲ ਹਿੰਦੁਸਤਾਨ ਸਟੀਲਸ ਡਿਵੈਲਪ ਹੁੰਦਾ ਹੈ, ਜੋ ਅਲਟੀਮੇਟਲੀ ਐਂਡਡ ਅਪ ਦੇਸ਼ ਦੇ ਵਿੱਚ ਜਿੰਨੀਆਂ ਵੀ ਸਟੀਲ ਇੰਡਸਟਰੀਜ਼ ਫੈਕਟਰੀ ਸੀ ਉਹਨਾਂ ਦਾ ਅੱਗੇ ਕੰਟਰੋਲ ਜੋ ਸੀ ਸਟੀਲ ਅਥਾਰਟੀ ਆਫ ਇੰਡੀਆ SAIL ਨੂੰ ਮਿਲਦਾ ਹੈ। ਜਿੰਨੀਆਂ ਸਟੀਲ ਫੈਕਟਰੀਜ਼ ਇੰਡਸਟਰੀਜ਼ ਆ ਉਹ ਵੀ ਨੈਸ਼ਨਲਾਈਜ਼ ਕਰ ਦਿੱਤੀਆਂ ਜਾਂਦੀਆਂ। ਸੈਕੰਡ 5 ਈਅਰ ਪ੍ਰੋਗਰਾਮ ਦਾ ਗੋਲ ਜੋ ਰੱਖਿਆ ਗਿਆ ਸੀ ਉਹ ਰੱਖਿਆ ਗਿਆ ਸੀ ਰੈਪਿਡ ਇੰਡਸਟਰੀਅਲਾਈਜੇਸ਼ਨ, ਕਿ ਦੇਸ਼ ਦੇ ਵਿੱਚ ਰੈਪਿਡ ਇੰਡਸਟਰੀਅਲਾਈਜੇਸ਼ਨ ਇੱਕ ਇੰਡਸਟਰੀਜ਼ ਦੀ ਕ੍ਰਾਂਤੀ ਲੈ ਕੇ ਆਉਣੀ ਹੈ, ਤਾਂ ਕਿ ਜੋ ਇੰਡੀਆ ਆ ਪੰਡਿਤ ਨਹਿਰੂ ਦਾ ਡ੍ਰੀਮ ਸੀਗਾ ਕਿ ਜੋ ਇੰਡੀਆ ਆ ਉਹ ਇੱਕ ਇੰਡਸਟਰੀਅਲਾਈਜ਼ਡ ਕੰਟਰੀ ਹੋਣੀ ਚਾਹੀਦੀ ਹੈ। ਫੋਰਨ ਦੀਆਂ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਜੋ ਵਧੀਆ ਕੰਟਰੀਜ਼ ਆ ਉਹਨਾਂ ਦੇ ਬਰਾਬਰ ਇੰਡੀਆ ਨੂੰ ਲੈ ਕੇ ਜਾਣ ਲਈ ਇੰਡੀਆ ਨੂੰ ਇੰਡਸਟਰੀਅਲਾਈਜ਼ਡ ਕਰਨਾ ਪਏਗਾ। ਸੋ ਉਸੇ ਡ੍ਰੀਮ ਦੇ ਅਧੀਨ, ਉਸੇ ਸੈਕੰਡ 5 ਈਅਰ ਪਲਾਨ ਦੇ ਅਧੀਨ ਆਪਣੇ ਇੰਡੀਆ ਦੇ ਵਿੱਚ PSUs ਡਿਵੈਲਪ ਹੁੰਦੀਆਂ। PSUs ਪਬਲਿਕ ਸੈਕਟਰ ਯੂਨਿਟਸ, ਜੋ ਇੱਕ ਸਰਕਾਰੀ ਹਜੇ ਵੀ ਆਪਣੇ ਦੇਸ਼ ਦੇ ਵਿੱਚ ਬਹੁਤ ਆ, ਬਟ ਹੁਣ ਉਹਨਾਂ ਦੀ ਪ੍ਰਾਈਵੇਟਾਈਜੇਸ਼ਨ ਸਟਾਰਟ ਹੋ ਗਈ ਆ ਦੁਬਾਰਾ ਤੋਂ। ਸੋ ਉਸ ਟਾਈਮ ਜੋ ਕਾਰਪੋਰੇਸ਼ਨਸ ਜਾਂ ਜੋ ਕੰਪਨੀਜ਼ ਫੈਕਟਰੀਜ਼ ਜੋ ਅੱਛੀ ਤਰ੍ਹਾਂ ਚਲਾ ਨਹੀਂ ਸੀ ਪਾ ਰਹੇ ਲੋਕ, ਜਾਂ ਜਿਹੜੀਆਂ ਪ੍ਰੋਪਰ ਮੁਨਾਫਾ ਨਹੀਂ ਸੀ ਦੇ ਰਹੀਆਂ, ਉਹਨਾਂ ਨੂੰ ਕੰਪਨਸੇਸ਼ਨ ਦੇ ਕੇ ਇੰਡਸਟਰੀਅਲਾਈਜੇਸ਼ਨ ਦਾ ਟੀਚਾ ਪੂਰਾ ਕਰਨ ਦੇ ਲਈ ਆਪਣੇ ਅਧੀਨ ਲੈ ਆਂਦਾ ਗਿਆ। 1961 ਚ ਥਰਡ 5 ਈਅਰ ਪ੍ਰੋਗਰਾਮ ਲਾਗੂ ਹੁੰਦਾ, 1961 ਤੋਂ 1966 ਤੱਕ ਰਹਿੰਦਾ। ਇਹਦੇ ਵਿੱਚ ਜੋ ਇੰਡਸਟਰੀ ਦੇ ਵਿੱਚ ਪਹਿਲੇ 2 ਪ੍ਰੋਗਰਾਮ ਵਿੱਚ ਫੋਕਸ ਹੁੰਦਾ, ਉਹ ਇੰਡਸਟਰੀ ਤੋਂ ਸ਼ਿਫਟ ਹੋ ਕੇ ਐਗਰੀਕਲਚਰ ਕਿਸਾਨੀ ਵੱਲ ਆ ਜਾਂਦਾ ਹੈ। ਜੋ ਗ੍ਰੀਨ ਰੈਵੋਲੂਸ਼ਨ ਬਾਅਦ ਵਿੱਚ ਇੰਡੀਆ ਦੇ ਵਿੱਚ ਆਉਂਦਾ ਹੈ, ਵਾਈਟ ਰੈਵੋਲੂਸ਼ਨ ਆਉਂਦਾ ਹੈ, ਉਹਦੀ ਸ਼ੁਰੂਆਤ ਇਥੋਂ ਹੀ ਸ਼ੁਰੂ ਹੋ ਜਾਂਦੀ ਹੈ ਥਰਡ 5 ਈਅਰ ਪ੍ਰੋਗਰਾਮ ਤੋਂ। MS ਸਵਾਮੀਨਾਥਨ, ਜਿਨ੍ਹਾਂ ਦੀ ਸਵਾਮੀਨਾਥਨ ਰਿਪੋਰਟ ਦਾ ਵੀ ਫਾਰਮਰਸ ਪ੍ਰੋਟੈਸਟ ਦੇ ਵਿੱਚ ਬਹੁਤ ਵੱਡਾ ਇਸ਼ੂ ਆ ਵੀ ਲਾਗੂ ਹੋਣੀ ਚਾਹੀਦੀ ਆ, ਉਹ MS ਸਵਾਮੀਨਾਥਨ ਨੂੰ ਇੱਥੇ ਕੰਮ ਦੇ ਦਿੱਤਾ ਗਿਆ ਸੀ, ਕਿਉਂਕਿ ਇੰਡੀਆ ਦੇ ਵਿੱਚ 1960-61 ਤੱਕ ਅਨਾਜ ਦੀ ਭਾਰੀ ਕਮੀ ਆ ਗਈ ਸੀ ਕਿ ਬਾਹਰ ਤੋਂ ਅਦਰ ਕੰਟਰੀਜ਼ ਤੋਂ ਇੰਡੀਆ ਨੂੰ ਮੰਗਾਉਣਾ ਪੈਂਦਾ ਸੀ। ਇਸ ਤੋਂ ਬਾਅਦ 1962 ਦੇ ਵਿੱਚ 1962 ਦੇ ਵਿੱਚ ਇੰਡੀਆ ਔਰ ਚਾਈਨਾ ਦਾ ਯੁੱਧ ਹੁੰਦਾ ਹੈ, ਇੰਡੋ ਚਾਈਨਾ ਵਾਰ ਹੁੰਦੀ ਹੈ। ਉਸ ਵਾਰ ਦੇ ਵਿੱਚ ਆਪਣੇ ਦੇਸ਼ ਦੀ ਜੋ ਖਸਤਾ ਮਾਲੀ ਹਾਲਤ ਐਂਡ ਜੋ ਆਪਣਾ ਡਿਫੈਂਸ ਦੇ ਵਿੱਚ ਘੱਟ ਇਨਫਰਾਸਟ੍ਰਕਚਰ ਹੋਣਾ, ਇਹ ਪ੍ਰੋਬਲਮ ਉੱਭਰ ਕੇ ਸਾਹਮਣੇ ਆਉਂਦੀ ਹੈ। ਸੋ ਨਾਲ ਹੀ ਇਸ 5 ਈਅਰ ਪ੍ਰੋਗਰਾਮ ਦੇ ਵਿੱਚ ਐਗਰੀਕਲਚਰ ਤੇ ਡਿਫੈਂਸ, ਇਹਨਾਂ ਦੋਨਾਂ ਸਿਸਟਮਸ ਨੂੰ ਸਟਰੋਂਗ ਕਰਨ ਦੇ ਲਈ ਸਾਰੇ ਗੋਲ ਐਂਡ ਟੀਚੇ ਬਣੇ ਔਰ ਸਾਰੇ ਕੰਮ ਅੱਗੇ ਇਸੇ ਚੀਜ਼ ਦੇ ਵਿੱਚ ਹੋਣ ਲੱਗੇ। 1964 ਦੇ ਵਿੱਚ ਪੰਡਿਤ ਨਹਿਰੂ ਦੀ ਡੈਥ ਹੋ ਜਾਂਦੀ ਹੈ। ਪੰਡਿਤ ਨਹਿਰੂ ਦੀ ਡੈਥ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਜੀ ਆਪਣੇ ਅਗਲੇ ਪ੍ਰਾਈਮ ਮਿਨਿਸਟਰ ਬਣਦੇ ਔਰ ਉਹ ਵੀ ਉਹੀ ਸਮਾਜਵਾਦੀ ਸੋਚ ਨੂੰ ਅੱਗੇ ਕੰਟੀਨਿਊ ਕਰਦੇ ਆ। ਉਹ ਫੂਡ ਕਾਰਪੋਰੇਸ਼ਨ ਆਫ ਇੰਡੀਆ ਬਣਾਉਂਦੇ ਆ, ਕਿਉਂਕਿ ਇੰਡੀਆ ਦੇ ਵਿੱਚ ਉਸ ਟਾਈਮ ਐਜ਼ ਆਈ ਸੈਡ ਬਿਫੋਰ ਕਿ ਅੰਨ ਦੀ ਕਮੀ ਬਹੁਤ ਸੀ, ਬਹੁਤ ਅਨਾਜ ਦੀ ਡੈਫੀਸ਼ੀਐਂਸੀ ਸੀ। ਉਹਨੂੰ ਪੂਰਾ ਕਰਨ ਦੇ ਲਈ ਫੂਡ ਕਾਰਪੋਰੇਸ਼ਨ ਇੰਡੀਆ ਬਣਾ ਕੇ ਗ੍ਰੀਨ ਰੈਵੋਲੂਸ਼ਨ ਲਿਆਉਣ ਦੇ ਲਈ, ਡੇਰੀ ਦੇ ਵਿੱਚ ਰੈਵੋਲੂਸ਼ਨ ਲਿਆਉਣ ਦੇ ਲਈ ਐਫਰਟਸ ਤੇਜ਼ ਕਰ ਦਿੰਦੇ ਆ। 1965 ਦੇ ਵਿੱਚ ਇੰਡੀਆ ਐਂਡ ਪਾਕਿਸਤਾਨ ਦਾ ਯੁੱਧ ਹੁੰਦਾ ਹੈ ਔਰ ਨਾਲ ਦੀ ਨਾਲ ਇੱਕ ਡਰਾਊਟ, ਬਹੁਤ ਸੀਵੀਅਰ ਸੋਕਾ ਇੰਡੀਆ ਦੇ ਵਿੱਚ ਪੈਂਦਾ, ਜਿਹਦੇ ਕਰਕੇ ਅਨਾਜ ਦੀ ਕਮੀ ਫਿਰ ਬਹੁਤ ਜ਼ਿਆਦਾ ਵੱਧ ਜਾਂਦੀ ਔਰ ਇਸ ਤੋਂ ਬਾਅਦ ਅਗਲੇ ਸਾਲ ਲਾਲ ਬਹਾਦਰ ਸ਼ਾਸਤਰੀ ਜੀ ਦੀ ਮੌਤ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਇੰਦਰਾ ਗਾਂਧੀ ਸਰਕਾਰ ਆਉਂਦੀ ਹੈ। ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਬਣਦੀ ਹੈ ਫॉर द फर्स्ट टाइम। ਸੋ ਇੰਦਰਾ ਗਾਂਧੀ ਸਰਕਾਰ ਨੇ ਵੀ ਆ ਕੇ ਐਗਰੀਕਲਚਰ ਐਂਡ ਡੇਰੀ ਜੋ ਰੈਵੋਲੂਸ਼ਨ ਸੀਗਾ ਉਹਨੂੰ ਲਿਆਉਣ ਦੇ ਲਈ ਆਪਣੀਆਂ ਐਫਰਟਸ ਨੂੰ ਕੰਟੀਨਿਊ ਰੱਖਿਆ, ਕਿਉਂਕਿ ਇੰਡੀਆ ਦੇ ਬਹੁਤ ਜਿਹੜੇ ਪਿਛਲੇ ਕੁਝ ਸਾਲਾਂ ਦੇ ਹਾਲਾਤ ਸੀ ਉਹਦੇ ਵਿੱਚ ਅਨਾਜ ਦੀ ਕਮੀ, ਸੋਕਾ ਪੈਣਾ ਐਂਡ ਅਕਾਲ ਪੈ ਚੁੱਕੇ ਸੀ ਦੇਸ਼ ਦੇ ਵਿੱਚ। ਇਸੇ ਕਰਕੇ ਹੀ ਇੱਕ ਐਗਰੀਕਲਚਰ ਤੇ ਜੋ ਸ਼ਿਫਟ ਹੋਇਆ ਇੰਦਰਾ ਗਾਂਧੀ ਦਾ, ਉਹਨਾਂ ਦੀ ਸਰਕਾਰ ਦੇ ਵਿੱਚ ਵੀ ਕੰਟੀਨਿਊ ਰਿਹਾ। ਇੰਦਰਾ ਗਾਂਧੀ ਸਰਕਾਰ ਜਦੋਂ ਆਈ, ਇੰਦਰਾ ਗਾਂਧੀ ਨੇ ਐਜ਼ ਏ ਪ੍ਰਾਈਮ ਮਿਨਿਸਟਰ ਆਂਦੇ ਹੀ ਸਭ ਤੋਂ ਪਹਿਲਾਂ ਜੋ ਦੇਸ਼ ਦੀਆਂ ਬੈਂਕ ਸੀਗੀਆਂ ਉਹਨਾਂ ਬੈਂਕਸ ਦਾ ਨੈਸ਼ਨਲਾਈਜ਼ ਕਰ ਦਿੱਤਾ। ਉਹਨਾਂ ਨੇ ਜੋ ਵੀ ਪ੍ਰਾਈਵੇਟ ਬੈਂਕਾਂ ਸੀਗੀਆਂ ਉਹਨਾਂ ਨੂੰ ਸਰਕਾਰੀ ਬਣਾ ਲਿਆ। ਉਹਨਾਂ ਨੂੰ ਕੁਝ ਕੰਪਨਸੇਸ਼ਨ ਦੇ ਕੇ ਉਹਨਾਂ ਨੂੰ ਸਰਕਾਰੀ ਸੰਸਥਾਨ ਬਣਾ ਕੇ ਸਰਕਾਰ ਵੱਲੋਂ ਚੱਲਣ ਲੱਗੀਆਂ ਸੀ ਬੈਂਕਸ। ਔਰ ਇਸ ਚੀਜ਼ ਤੋਂ ਨਾਰਾਜ਼ ਹੋ ਕੇ ਇੰਦਰਾ ਗਾਂਧੀ ਨੂੰ ਕਾਂਗਰਸ ਪਾਰਟੀ ਚੋਂ ਐਕਸਪੈਲ ਕਰ ਦਿੱਤਾ ਗਿਆ ਸੀ ਐਂਡ ਕਾਂਗਰਸ ਪਾਰਟੀ ਦਾ ਇੱਥੇ 2 ਧੜਿਆਂ ਦੇ ਵਿੱਚ ਸਪਲਿਟ ਹੁੰਦਾ। ਇੱਕ ਹੁੰਦੀ ਹੈ ਜਿਹੜੀ 올ਡ ਮੈਂਬਰਸ ਵਾਲੀ ਕਾਂਗਰਸ ਪਾਰਟੀ ਔਰ ਇੱਕ ਨਵੀਂ ਕਾਂਗਰਸ ਪਾਰਟੀ ਬਣਦੀ ਹੈ ਜੋ ਇੰਦਰਾ ਗਾਂਧੀ ਦੀ ਬਣਾਈ ਹੋਈ ਪਾਰਟੀ ਹੁੰਦੀ ਹੈ। 1967 ਤੇ 1970 ਦੇ ਵਿੱਚ ਗ੍ਰੀਨ ਰੈਵੋਲੂਸ਼ਨ ਐਂਡ ਵਾਈਟ ਰੈਵੋਲੂਸ਼ਨ ਜੋ ਲਾਲ ਬਹਾਦਰ ਸ਼ਾਸਤਰੀ ਜੀ ਤੋਂ ਪਹਿਲਾਂ ਸਟਾਰਟ ਹੋ ਚੁੱਕੀਆਂ ਸੀ ਐਫਰਟਸ, ਉਹਨਾਂ ਦੇ ਰਿਜ਼ਲਟ ਆਉਣੇ ਸਾਹਮਣੇ ਆ ਗਏ ਸੀ। ਉਹਦੇ ਰਿਜ਼ਲਟਸ ਇਹ ਆਈ ਸੀ ਕਿ ਇੰਡੀਆ ਦੇ ਵਿੱਚ ਕੋਈ ਵੀ ਕਮੀ ਨਹੀਂ ਸੀਗੀ ਅਨਾਜ ਦੀ, ਜੋ ਕੁਝ ਸਾਲ ਪਹਿਲਾਂ ਬਹੁਤ ਬੁਰੀ ਤਰ੍ਹਾਂ ਇੰਡੀਆ ਵੈਂਟ ਥਰੂ। ਔਰ ਉਸ ਤੋਂ ਬਾਅਦ ਇੰਡੀਆ ਇੱਕ ਬਹੁਤ ਵੱਡੀ ਐਗਰੀਕਲਚਰ ਨੇਸ਼ਨ ਬਣ ਕੇ ਦੁਨੀਆ ਦੇ ਸਾਹਮਣੇ ਆਇਆ। 1971 ਦੇ ਵਿੱਚ ਇੰਡੀਆ ਦਾ ਦੁਬਾਰਾ ਯੁੱਧ ਹੁੰਦਾ ਹੈ, ਇੰਡੀਆ ਪਾਕਿਸਤਾਨ, ਈਸਟ ਪਾਕਿਸਤਾਨ, ਇੰਡੀਆ ਈਸਟ ਪਾਕਿਸਤਾਨ ਦਾ ਯੁੱਧ ਹੁੰਦਾ। ਈਸਟ ਪਾਕਿਸਤਾਨ ਹੁਣ ਨਹੀਂ ਆ ਕਿਉਂਕਿ ਉਸ ਯੁੱਧ ਤੋਂ ਬਾਅਦ ਉਸ ਨੂੰ ਬੰਗਲਾਦੇਸ਼ ਬਣਾ ਦਿੱਤਾ ਗਿਆ ਸੀ। ਸੋ ਜਦੋਂ ਇਹ ਯੁੱਧ ਇੰਡੀਆ ਦਾ ਤੀਸਰਾ ਯੁੱਧ ਹੁੰਦਾ, ਇਹਦੇ ਵਿੱਚ
ਇੰਡੀਆ 'ਚ ਮਹਿੰਗਾਈ ਇਨਫਲੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ, ਪਲੱਸ ਜੋ ਤੇਲ ਦੇ ਪ੍ਰਾਈਸ ਹੈ, ਆਇਲ ਪ੍ਰਾਈਸਿਸ ਜੋ ਇੰਟਰਨੈਸ਼ਨਲ ਮਾਰਕੀਟ 'ਚ ਵੀ ਕਰੂਡ ਆਇਲ ਪ੍ਰਾਈਸ ਬਹੁਤ ਵਧਣ ਕਰਕੇ ਇੱਕ ਬਹੁਤ ਵੱਡਾ ਕ੍ਰਾਈਸਿਸ ਪੈਦਾ ਹੁੰਦਾ ਹੈ। ਔਰ ਇੰਦਰਾ ਗਾਂਧੀ ਆਫਟਰ ਦੈਟ ਕ੍ਰਾਈਸਿਸ ਜੋ ਅਗਲਾ 5 ਈਅਰ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਇਹ ਗੋਲ ਰੱਖਦੇ ਆ ਕਿ ਜਿੰਨੀਆਂ ਵੀ ਆਪਾਂ ਨੂੰ ਤੇਲ ਦਾ ਖਰਚਾ ਘਟਾਉਣ ਦੇ ਲਈ, ਬਾਹਰੋਂ ਘੱਟ ਮੰਗਾਉਣ ਦੇ ਲਈ ਆਪਾਂ ਨੂੰ ਇੱਕ ਆਲਟਰਨੇਟਿਵ એનર્ਜੀ ਸੋਰਸ ਚਾਹੀਦਾ ਹੈ ਔਰ ਉਹ ਆਲਟਰਨੇਟਿਵ એનર્ਜੀ ਜਿਹੜੀ ਆ ਉਹ ਕੋਲੇ ਤੋਂ ਆਪਾਂ ਪ੍ਰੋਡਿਊਸ ਕਰਾਂਗੇ। ਸੋ ਜਿੰਨੀਆਂ ਵੀ ਕੋਲ ਮਾਈਨਸ ਉਸ ਟਾਈਮ ਸੀਗੀਆਂ ਉਹ ਸਾਰੀਆਂ ਪ੍ਰਾਈਵੇਟ ਹੱਥਾਂ ਦੇ ਵਿੱਚ ਸੀਗੀਆਂ। ਉਹ ਪ੍ਰਾਈਵੇਟ ਹੱਥਾਂ ਤੋਂ ਲੈ ਕੇ ਉਹਨਾਂ ਦੀ ਨੈਸ਼ਨਲਾਈਜੇਸ਼ਨ ਕਰ ਦਿੱਤੀ ਜਾਂਦੀ ਹੈ। ਕੋਲ ਇੰਡੀਆ ਲਿਮਿਟਡ ਕੰਪਨੀ ਬਣਦੀ ਹੈ ਜਿਹਦੇ ਅੰਦਰ ਸਾਰਾ ਸਰਕਾਰੀ ਤੌਰ ਤੇ ਕੋਲ ਮਾਈਨਸ ਦਾ ਦੇਖ ਰੇਖ, ਸਾਫ ਸੰਭਾਲ ਐਂਡ ਯੂਟਿਲਾਈਜੇਸ਼ਨ ਹੁੰਦੀ ਹੈ। 1975 1975 ਤੋਂ 1977 ਤੱਕ 21 ਮਹੀਨਿਆਂ ਦੇ ਲਈ ਦੇਸ਼ ਦੇ ਵਿੱਚ ਇੰਦਰਾ ਗਾਂਧੀ ਐਮਰਜੈਂਸੀ ਘੋਸ਼ਿਤ ਕਰ ਦਿੰਦੀ ਹੈ ਔਰ ਉਸ ਐਮਰਜੈਂਸੀ ਦੇ ਖਤਮ ਹੋਣ ਤੋਂ ਬਾਅਦ ਇਲੈਕਸ਼ਨ ਹੁੰਦੇ ਔਰ ਉਸ ਇਲੈਕਸ਼ਨਾਂ ਦੇ ਵਿੱਚ ਇੰਡੀਆ ਦੇ ਵਿੱਚ ਪਹਿਲੀ ਵਾਰੀ ਇੱਕ ਐਦਾਂ ਦਾ ਪ੍ਰਾਈਮ ਮਿਨਿਸਟਰ ਮਿਲਦਾ, ਇੱਕ ਐਦਾਂ ਦੀ ਸਰਕਾਰ ਮਿਲਦੀ ਹੈ ਜੋ ਕਾਂਗਰਸ ਦੀ ਨਹੀਂ ਹੁੰਦੀ। ਉਹ ਸਰਕਾਰ ਆਂਦੀ ਹੈ ਮੁਰਾਰਜੀ ਦੇਸਾਈ ਦੀ ਸਰਕਾਰ, ਜੋ ਜਨਤਾ ਪਾਰਟੀ ਅਲਾਈਅੰਸ ਦੀ ਸਰਕਾਰ ਹੁੰਦੀ ਹੈ। ਜਨਤਾ ਪਾਰਟੀ ਦੇ ਵਿੱਚ 4 ਪਾਰਟੀਆਂ ਦਾ ਅਲਾਈਅੰਸ ਹੁੰਦਾ ਜਿਨ੍ਹਾਂ ਦੇ ਵਿੱਚ ਜੋ ਕਾਂਗਰਸ ਸਪਲਿਟ ਹੋਈ ਸੀ ਇੰਦਰਾ ਗਾਂਧੀ ਦੀ ਕਾਂਗਰਸ ਨਾਲੋਂ 올ਡ ਮੈਂਬਰ ਵਾਲੀ, ਉਹਦਾ ਵੀ ਵਿੱਚ ਅਲਾਈਅੰਸ ਗਠਬੰਧਨ ਹੁੰਦਾ ਹੈ। ਸੋ ਇਹ ਮੁਰਾਰਜੀ ਦੇਸਾਈ ਦੀ ਜੋ ਸਰਕਾਰ ਆਂਦੀ ਹੈ ਉਹ ਵੀ ਅੱਗੇ ਆ ਕੇ ਜੋ ਨਹਿਰੂ ਦੀਆਂ ਸੋਸ਼ਲਿਸਟ ਪਾਲਿਸੀ ਸੀਗੀਆਂ, ਜੋ ਪਹਿਲੇ ਪ੍ਰਧਾਨ ਮੰਤਰੀ ਤੋਂ ਸ਼ੁਰੂ ਕੀਤੀਆਂ ਹੋਈਆਂ ਸਮਾਜਵਾਦ ਦੀਆਂ ਯੋਜਨਾਵਾਂ ਸੀ, ਉਹਨਾਂ ਸਾਰੀਆਂ ਨੂੰ ਅੱਗੇ ਕੰਟੀਨਿਊ ਕਰਦੀ ਹੈ। ਮੁਰਾਰਜੀ ਦੇਸਾਈ ਦਾ ਜੋ ਸਭ ਤੋਂ ਵੱਡਾ ਸਮਾਜਵਾਦੀ ਕਦਮ ਸੀ ਉਹ ਇਹ ਸੀ ਕਿ ਰਾਈਟ ਟੂ ਪ੍ਰਾਪਰਟੀ ਨੂੰ ਐਬੋਲਿਸ਼ ਕਰਨਾ। 1978 ਦੇ ਵਿੱਚ ਮੁਰਾਰਜੀ ਦੇਸਾਈ ਸਰਕਾਰ ਜਿਨ੍ਹਾਂ ਲੋਕਾਂ ਦੇ ਕੋਲ ਸਰਪਲਸ ਜ਼ਮੀਨ ਸੀ, ਜਿਹੜੇ ਵੱਡੇ ਕਿਸਾਨ ਸੀ ਜਿਨ੍ਹਾਂ ਕੋਲ ਲੋੜ ਨਾਲੋਂ ਜ਼ਿਆਦਾ ਜ਼ਮੀਨ ਸੀ, ਉਹਨਾਂ ਦੀ ਜ਼ਮੀਨ ਨੂੰ ਲੈ ਕੇ ਉਹਨਾਂ ਕਿਸਾਨਾਂ ਦੇ ਵਿੱਚ ਡਿਸਟ੍ਰੀਬਿਊਟ ਕਰਦੇ ਆ ਜਿਨ੍ਹਾਂ ਕੋਲ ਘੱਟ ਜ਼ਮੀਨ ਸੀ ਜਾਂ ਜਿਨ੍ਹਾਂ ਕੋਲ ਬਿਲਕੁਲ ਵੀ ਜ਼ਮੀਨ ਨਹੀਂ ਸੀ। ਉਹਨਾਂ ਦੀਆਂ ਜ਼ਰੂਰਤਾਂ ਨੂੰ ਬੈਲੈਂਸ ਕਰਨ ਦੇ ਲਈ ਇੱਕ ਇਹ ਰਾਈਟ ਟੂ ਪ੍ਰਾਪਰਟੀ, ਜਿਹਨੂੰ 44th ਅਮੈਂਡਮੈਂਟ ਐਕਟ ਵੀ ਕਿਹਾ ਜਾਂਦਾ, ਉਹਦੇ ਵਿੱਚ ਅਮੈਂਡਮੈਂਟ ਕਰਕੇ ਰਾਈਟ ਟੂ ਪ੍ਰਾਪਰਟੀ ਐਬੋਲਿਸ਼ ਕਰਦੇ ਆ। 1980 ਦਾ ਟਾਈਮ ਆਂਦਾ ਜਦੋਂ ਇੰਦਰਾ ਗਾਂਧੀ ਦੀ ਸਰਕਾਰ ਦੁਬਾਰਾ ਵਾਪਸ ਆਂਦੀ ਹੈ। ਸੋ ਇਹ 1980 ਜੋ 1980 ਦਾ ਸਾਲ ਸੀਗਾ ਇਹ ਬਹੁਤ ਜ਼ਰੂਰੀ ਸੀ ਕਿਉਂਕਿ ਇਸ ਸਾਲ ਤੋਂ ਸਮਾਜਵਾਦ, ਜੋ ਨਹਿਰੂ ਦੇ ਟਾਈਮ ਤੋਂ ਸਮਾਜਵਾਦ ਦੀ ਜਨ ਕਲਿਆਣਕਾਰੀ ਯੋਜਨਾਵਾਂ ਦੀ ਸ਼ੁਰੂਆਤ ਹੋਈ ਸੀ, ਉਹ ਇੱਕ ਤਰ੍ਹਾਂ ਨਾਲ ਖਤਮ ਹੋਣੀਆਂ ਸ਼ੁਰੂ ਹੋ ਗਈਆਂ ਸੀ। ਇੰਦਰਾ ਗਾਂਧੀ ਸਰਕਾਰ ਨੇ 6th 5 ਈਅਰ ਪਲਾਨ ਬਣਨ ਤੋਂ ਪਹਿਲਾਂ ਜਦੋਂ ਉਹ ਇਲੈਕਟ ਹੋ ਕੇ ਆਏ ਸੀ, ਉਹਨੇ ਸਭ ਤੋਂ ਪਹਿਲਾਂ ਕੁਝ ਕੁ ਬੈਂਕ, ਜੋ 6 ਬੈਂਕ ਰਹਿੰਦੀਆਂ ਸੀ, ਉਹਨਾਂ ਦਾ ਵੀ ਨੈਸ਼ਨਲਾਈਜੇਸ਼ਨ ਕਰ ਦਿੱਤੀ, ਜਿਸ ਦੇ ਵਿੱਚ ਉਹ ਬੈਂਕ ਸੀ ਪੰਜਾਬ ਐਂਡ ਸਿੰਧ ਬੈਂਕ ਜਾਂ ਹੋਰ ਜਿਹੜੀਆਂ ਵੱਡੀਆਂ ਬੈਂਕ ਸੀਗੀਆਂ। 1980 ਦੇ ਵਿੱਚ ਜੋ 6th 5 ਈਅਰ ਪਲਾਨ ਸ਼ੁਰੂ ਹੁੰਦਾ, ਇਹਦੇ ਵਿੱਚ ਬੇਸਿਕਲੀ ਇਕਨੋਮਿਕ ਲਿਬਰਲਾਈਜੇਸ਼ਨ, ਫ੍ਰੀ ਮਾਰਕੀਟ, ਪ੍ਰਾਈਵੇਟ ਲੋਕਾਂ ਦਾ ਯੋਗਦਾਨ, ਪ੍ਰਾਈਵੇਟ ਇੰਡਸਟਰੀਜ਼ ਦਾ ਸੈਟਅਪ ਹੋਣਾ, ਇਹ ਪਾਲਿਸੀਜ਼ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਇੰਦਰਾ ਗਾਂਧੀ ਸਰਕਾਰ ਵੱਲੋਂ। ਬਟ 1984 ਦੇ ਵਿੱਚ ਇੰਦਰਾ ਗਾਂਧੀ ਨੂੰ ਅਸੈਸੀਨੇਟ ਕਰ ਦਿੱਤਾ ਜਾਂਦਾ ਔਰ ਉਸ ਤੋਂ ਬਾਅਦ ਸਰਕਾਰ ਆਂਦੀ ਹੈ ਰਾਜੀਵ ਗਾਂਧੀ ਦੀ। ਸੋ ਰਾਜੀਵ ਗਾਂਧੀ ਦੀ ਸਰਕਾਰ 1984 ਚ ਆਉਂਦੇ ਸੋਸ਼ਲਿਜ਼ਮ, ਜੋ ਸਮਾਜਵਾਦ ਸੀਗਾ, ਉਹ ਟੋਟਲੀ ਖਤਮ ਹੋ ਚੁੱਕਾ ਸੀ। ਜੋ ਨਹਿਰੂ ਵਾਲਾ ਸਮਾਜਵਾਦ ਜੋ ਸ਼ੁਰੂ ਕੀਤਾ ਗਿਆ ਸੀ ਉਹ ਰਾਜੀਵ ਗਾਂਧੀ ਦੇ ਆਉਂਦੇ ਖਤਮ ਹੋ ਗਿਆ ਸੀ। ਰਾਜੀਵ ਗਾਂਧੀ ਦੇਸ਼ ਦੇ ਵਿੱਚ ਇੱਕ ਪ੍ਰਾਈਵੇਟ ਇੰਡਸਟਰੀਜ਼ ਦੀ ਬਹੁਤ ਵੱਡੀ ਕ੍ਰਾਂਤੀ ਲੈ ਕੇ ਆਏ ਸੀ। ਕੰਪਿਊਟਰਸ ਦੀ ਇੰਡਸਟਰੀਜ਼, ਮਾਰੂਤੀ ਦੀ ਇੰਡਸਟਰੀਜ਼ ਐਂਡ MTNL, VSNL, ਜੋ ਟੈਲੀਕਮਿਊਨੀਕੇਸ਼ਨ, ਜੋ ਕਮਿਊਨੀਕੇਸ਼ਨ ਦੇ ਸਾਧਨ ਸੀਗੇ, ਜੋ ਇੰਡਸਟਰੀ ਸੀਗੀਆਂ, ਉਹ ਸਾਰੀਆਂ ਰਾਜੀਵ ਗਾਂਧੀ ਦੀ ਸਰਕਾਰ ਚ ਆਈਆਂ ਸੀ। ਸੋ ਇੱਥੇ ਆ ਕੇ ਜੋ ਸੋਸ਼ਲਿਜ਼ਮ ਆ 30 ਸਾਲਾਂ ਬਾਅਦ 1950-52 ਚ ਸ਼ੁਰੂ ਹੋਇਆ ਔਰ 1980-82 ਤੱਕ ਖਤਮ ਹੋ ਗਿਆ ਸੀਗਾ। 1991 ਦੇ ਵਿੱਚ PV ਨਰਸਿਮਹਾ ਰਾਓ ਦੀ ਸਰਕਾਰ ਆਉਂਦੀ ਹੈ, ਜਿਹਦੇ ਵਿੱਚ ਡਾਕਟਰ ਮਨਮੋਹਨ ਸਿੰਘ ਫਾਈਨੈਂਸ ਮਿਨਿਸਟਰ ਹੁੰਦੇ ਸੀ ਔਰ 1991 ਦੇ ਵਿੱਚ ਇੰਡੀਆ ਡਿਕਲੇਅਰ ਕਰਦਾ ਹੈ ਕਿ ਉਹ LPG ਰਿਫਾਰਮਸ ਲੈ ਕੇ ਆਣਗੇ। LPG ਸਟੈਂਡਸ ਫॉर ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਐਂਡ ਗਲੋਬਲਾਈਜੇਸ਼ਨ, ਜਿਹਦੇ ਵਿੱਚ ਸਰਕਾਰੀਕਰਨ ਤੋਂ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਇੰਡੀਆ ਉਸ ਰਾਹ ਤੇ ਤੁਰ ਪਿਆ ਸੀਗਾ ਔਰ ਫੋਰਨ ਡਾਇਰੈਕਟ ਇਨਵੈਸਟਮੈਂਟ ਇੰਡੀਆ ਦੇ ਵਿੱਚ ਹੋਣੀ ਸਟਾਰਟ ਹੋ ਗਈ ਸੀ। ਦਿਸ ਇਜ਼ ਦਾ ਰੀਜ਼ਨ ਜੋ 1991 ਤੋਂ ਡਾਕਟਰ ਮਨਮੋਹਨ ਸਿੰਘ ਨੂੰ ਬਹੁਤ ਵੱਡਾ ਸ਼੍ਰੇਅ ਜਾਂਦਾ ਹੈ ਕਿ ਇੰਡੀਆ ਦੀ ਇਕਨੋਮੀ ਨੂੰ ਬਚਾਉਣ ਵਾਲੇ, ਰੀਸਟਰਕਚਰ ਕਰਨ ਵਾਲੇ ਔਰ ਦੁਬਾਰਾ ਖੜੇ ਕਰਨ ਵਾਲੇ ਡਾਕਟਰ ਮਨਮੋਹਨ ਸਿੰਘ ਸੀ, ਬਿਕੋਜ਼ LPG ਰਿਫਾਰਮਸ ਲਾਗੂ ਹੋ ਗਏ ਸੀ। ਪੰਡਿਤ ਨਹਿਰੂ ਦਾ ਸਮਾਜਵਾਦ 1980 ਤੋਂ ਬਾਅਦ 1991 ਦੇ ਵਿੱਚ ਤਾਂ ਇਕਨੋਮਿਕ ਲਿਬਰਲਾਈਜੇਸ਼ਨ ਹੋਣ ਦੇ ਨਾਲ ਟੋਟਲੀ ਖਤਮ ਹੋ ਗਿਆ, ਬਿਕੋਜ਼ 1991 ਦੇ ਵਿੱਚ ਜੋ ਸੋਵੀਅਤ ਯੂਨੀਅਨ, ਜਿਹਦੇ ਤੋਂ ਇਨਸਪੀਰੇਸ਼ਨ ਲੈ ਕੇ ਪੰਡਿਤ ਨਹਿਰੂ ਨੇ 5 ਈਅਰ ਪ੍ਰੋਗਰਾਮਸ ਲਾਗੂ ਕਰਕੇ ਇੱਕ ਗਵਰਨਮੈਂਟ ਕੰਟਰੋਲ ਦੇ ਅੰਦਰ ਸਭ ਕੁਝ ਰੱਖਿਆ ਹੋਇਆ ਸੀ,
ਉਹ ਚੀਜ਼ਾਂ 1991 ਦੇ ਵਿੱਚ ਸੋਵੀਅਤ ਯੂਨੀਅਨ ਵੀ ਡਿਮੋਲਿਸ਼ ਹੋ ਗਿਆ ਸੀ, ਖਤਮ ਹੋ ਗਿਆ ਸੀ। ਨਾਲ ਦੀ ਨਾਲ ਚਾਈਨਾ ਬਹੁਤ ਤੇਜ਼ੀ ਨਾਲ ਗਰੋ ਕਰ ਰਿਹਾ ਸੀ, ਕਿਉਂਕਿ ਬੇਸ਼ੱਕ ਚਾਈਨਾ ਇੱਕ ਕਮਿਊਨਿਸਟ ਕੰਟਰੀ ਹੈ ਜਿਹੜੀ ਸੋਸ਼ਲਿਜ਼ਮ ਤੋਂ ਵੀ ਬਾਅਦ ਦਾ ਲੈਵਲ ਹੈ। ਉਹ ਕਮਿਊਨਿਸਟ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਸਰਕਾਰ ਕਮਿਊਨਿਸਟ ਮੰਨੀ ਜਾਂਦੀ ਹੈ, ਬਟ ਕਿਹਾ ਜਾਂਦਾ ਕਿ ਉਹਨਾਂ ਦੀ ਜਿਹੜੀ ਕੰਟਰੀ ਆ ਉਹ ਕੈਪੀਟਲਿਸਟ ਕੰਟਰੀ ਆ, ਉਹਨਾਂ ਦੀ ਪੂੰਜੀਵਾਦੀ ਕੰਟਰੀ ਹੈ। ਉੱਥੇ ਜੋ ਕੰਪਨੀ ਸੀਗੀਆਂ, ਉੱਥੇ ਜੋ ਇੰਡਸਟਰੀਜ਼ ਸੀਗੀਆਂ, ਉਹ ਬਹੁਤ ਬੂਸਟਡ ਸੀ। ਐਂਡ ਆਪਾਂ ਅੱਜ ਦੇ ਟਾਈਮ 'ਚ ਵੀ ਦੇਖਦੇ ਹਾਂ ਕਿ ਚਾਈਨਾ ਇੰਡੀਆ ਦੇ ਨਾਲੋਂ ਬਹੁਤ ਅੱਗੇ ਆ ਇਕਨੋਮੀ ਦੇ ਬੇਸਿਸ ਤੇ। ਸੋ ਇਹਨਾਂ ਮਜਬੂਰੀਆਂ, ਇਹਨਾਂ ਗੱਲਾਂ ਕਰਕੇ 1991 ਦੇ ਵਿੱਚ ਜੋ ਨਹਿਰੂਵੀਅਨ ਸੋਸ਼ਲਿਜ਼ਮ ਸੀ, ਨਹਿਰੂ ਦਾ ਸੋਸ਼ਲਿਜ਼ਮ ਸਮਾਜਵਾਦ ਸੀ, ਉਹਨੂੰ ਬਦਲਣ ਦੀ ਲੋੜ ਪਈ। ਬਟ ਇੰਡੀਆ ਦੇ ਜੋ ਅਰਲੀ ਈਅਰ ਸੀਗੇ ਆਜ਼ਾਦੀ ਤੋਂ ਬਾਅਦ ਜਿਹਦੇ ਵਿੱਚ ਇੰਡੀਆ ਦਾ ਬੁਨਿਆਦ ਬਣਨੀ ਸੀ, ਉਹ ਬੁਨਿਆਦ ਸਮਾਜਵਾਦ ਸੋਸ਼ਲਿਜ਼ਮ ਦੇ ਬੇਸਿਸ ਤੇ ਬਣੀ ਹੋਈ ਹੈ। ਅੱਜ ਦੇ ਟਾਈਮ 'ਚ ਇੰਡੀਆ ਦੀ ਅਗਰ ਆਪਾਂ ਗੱਲ ਕਰੀਏ ਤਾਂ ਇੰਡੀਆ ਇੱਕ ਮਿਕਸਡ ਇਕਨੋਮੀ ਆ। ਨਹਿਰੂ ਦੇ ਸੋਸ਼ਲਿਜ਼ਮ ਨੂੰ ਜੱਜ ਕਰਨ ਦੇ ਲਈ ਦੋ ਤਰ੍ਹਾਂ ਦੀਆਂ ਵਿਚਾਰਧਾਰਾ, ਦੋ ਤਰ੍ਹਾਂ ਦੇ ਵਿਊ ਪੁਆਇੰਟ ਆ। ਮੈਂ ਉਹ ਦੋਨੋਂ ਵਿਊ ਪੁਆਇੰਟ ਤੁਹਾਡੇ ਅੱਗੇ ਇਸ ਵੀਡੀਓ ਦੇ ਵਿੱਚ, ਇਸ ਗੱਲਬਾਤ ਦੇ ਵਿੱਚ ਰੱਖਾਂਗੀ। ਇੱਕ ਵਿਊ ਪੁਆਇੰਟ ਆ ਜਿਹੜਾ ਕਹਿੰਦਾ ਹੈ ਕਿ ਨਹਿਰੂ ਨੇ ਦੇਸ਼ ਨੂੰ ਡੋਬ ਦਿੱਤਾ, ਨਹਿਰੂ ਦੇ ਕਰਕੇ ਹੀ ਅੱਜ ਸਾਰਾ ਕੁਝ, ਔਰ ਹਰ ਚੀਜ਼ ਦੇ ਲਈ ਨਹਿਰੂ ਨੂੰ ਕਸੂਰਵਾਰ ਠਹਿਰਾਉਂਦੇ ਆ। ਔਰ ਇੱਕ ਸੋਸ਼ਲਿਜ਼ਮ, ਇੱਕ ਐਸਪੈਕਟ ਉਹ ਹੈ ਜਿਹੜਾ ਸੋਸ਼ਲਿਜ਼ਮ ਨੂੰ ਬਹੁਤ ਵਧੀਆ ਮੰਨਦਾ ਹੈ, ਜਿਹੜਾ ਕਹਿੰਦਾ ਹੈ ਕਿ ਸੋਸ਼ਲਿਜ਼ਮ ਦੀ ਹੀ ਦੇਣ ਹੈ ਅਗਰ ਅੱਜ ਇੰਡੀਆ ਇੱਕ ਵੈਲਫੇਅਰ ਸਟੇਟ ਹੈ। ਸੋ ਪਹਿਲਾਂ ਗੱਲ ਕਰਦੇ ਹਾਂ ਉਹਨਾਂ ਲੋਕਾਂ ਦੀ ਜੋ ਰਾਈਟ ਵਿੰਗ ਆਈਡੀਓਲੋਜੀ ਦੀ ਇਨਫਲੂਐਂਸ ਦੇ ਵਿੱਚ ਜਾਂ ਉਹਨਾਂ ਨੂੰ ਮੰਨਦੇ ਹੋਏ ਇੱਕ ਇਹ ਵਿਚਾਰ ਰੱਖਦੇ ਨੇ ਕਿ ਸੋਸ਼ਲਿਜ਼ਮ ਦੇ ਨਾਲ ਇੰਡੀਆ ਦਾ ਭਲਾ ਜਾਂ ਕਿਸੇ ਵੀ ਦੇਸ਼ ਦਾ ਭਲਾ ਨਹੀਂ ਹੋ ਸਕਦਾ। ਕਿਸੇ ਵੀ ਦੇਸ਼ ਦਾ ਭਲਾ ਕਿਉਂ ਨਹੀਂ ਹੋ ਸਕਦਾ? ਕਿਉਂਕਿ ਸੋਸ਼ਲਿਜ਼ਮ ਦੀ ਕੋਈ ਵੀ ਪ੍ਰੈਕਟੀਕਲੀ ਸਕਸੈਸਫੁਲ ਐਪਲੀਕੇਸ਼ਨ ਆਪਣੇ ਅੱਗੇ ਨਹੀਂ ਹੈ। ਸੋਵੀਅਤ ਯੂਨੀਅਨ ਦੇ ਵਿੱਚ ਸੋਸ਼ਲਿਜ਼ਮ ਆਇਆ, ਉਹਦਾ ਕੀ ਹਸ਼ਰ ਹੋਇਆ? ਕੁਝ ਨਹੀਂ ਬਣਿਆ ਸੋਸ਼ਲਿਜ਼ਮ ਦਾ ਉੱਥੇ। ਕਿਸ ਤਰ੍ਹਾਂ 70 ਸਾਲਾਂ ਬਾਅਦ USSR ਟੁੱਟਿਆ, ਕਿੰਨੀ ਬਰੂਟੈਲਿਟੀ ਉੱਥੇ ਹੋਈ। ਇਸ ਕਰਕੇ ਵੀ ਇੱਕ ਇਹ ਐਗਜ਼ਾਮਪਲ ਦਿੱਤੀ ਜਾਂਦੀ ਹੈ ਕਿ ਸੋਸ਼ਲਿਜ਼ਮ ਸਕਸੈਸਫੁਲ ਨਹੀਂ ਹੋ ਸਕਦਾ। ਕਮਿਊਨਿਸਟ ਪਾਰਟੀ ਚਾਈਨਾ ਦੀ, ਜੋ ਇੱਕ ਪ੍ਰੋਪਰ ਕਮਿਊਨਿਸਟ ਪਾਰਟੀ ਹੈ, ਜਿਹੜੀ ਸਮਾਜਵਾਦ ਉਹਨਾਂ ਦਾ ਬੁਨਿਆਦ ਹੈ ਔਰ ਕੈਪੀਟਲਿਜ਼ਮ ਦੇ ਉਹ ਬਿਲਕੁਲ ਖਿਲਾਫ ਨੇ। ਬਟ ਅਗਰ ਆਪਾਂ ਚਾਈਨਾ ਨੂੰ ਦੇਖੀਏ ਤਾਂ ਚਾਈਨਾ ਇਜ਼ ਅ ਕੈਪੀਟਲਿਸਟ ਕੰਟਰੀ, ਪਰ ਉੱਥੋਂ ਦੀ ਸਰਕਾਰ ਜਿਹੜੀ ਉਹ ਕਮਿਊਨਿਸਟ ਸਰਕਾਰ ਹੈ। ਇਹਦਾ ਮਤਲਬ ਇਹ ਕਹਿਣਾ ਹੋਇਆ ਕਿ ਸੋਸ਼ਲਿਜ਼ਮ ਸਮਾਜਵਾਦ ਦੇ ਨਾਲ ਚੱਲਦੇ ਚੱਲਦੇ ਦੇਸ਼ ਨੂੰ ਤਰੱਕੀ ਦੇ ਰਾਹਾਂ ਤੇ ਨਹੀਂ ਲੈ ਕੇ ਜਾਇਆ ਜਾ ਸਕਦਾ। ਸਮਾਜਵਾਦੀ ਸੋਚ ਇਹ ਕਹਿੰਦੀ ਹੈ ਕਿ ਟੈਕਸ ਵਧਾ ਕੇ ਲੋਕਾਂ ਤੇ ਉਹ ਪੈਸਾ ਗਰੀਬ ਲੋਕਾਂ ਦੀ ਵੈਲਫੇਅਰ ਤੇ ਲਾਇਆ ਜਾਵੇ। ਸੋ ਜਿਹੜੇ ਲੋਕ ਸਮਾਜਵਾਦ ਦੇ ਖਿਲਾਫ ਨੇ, ਉਹਨਾਂ ਦਾ ਕਹਿਣਾ ਇਹ ਹੈ, ਉਹਨਾਂ ਦਾ ਵਿਊ ਪੁਆਇੰਟ ਇਹ ਹੈ ਕਿ ਆਪਾਂ ਕਿਸੇ ਦੀ ਹਾਰਡ ਅਰਨਡ ਮਨੀ ਨੂੰ ਉਹਨਾਂ ਲੋਕਾਂ ਦੇ ਵਿੱਚ, ਗਰੀਬ ਲੋਕਾਂ ਦੇ ਵਿੱਚ ਵੰਡ ਕੇ ਉਹਨਾਂ ਨੂੰ ਅਮੀਰ ਨਹੀਂ ਕਰ ਸਕਦੇ। ਉਹਨਾਂ ਨੂੰ ਓਪਰਚੁਨਿਟੀਜ਼ ਇਕੁਅਲ ਦੇਣੀਆਂ ਚਾਹੀਦੀਆਂ, ਨਾ ਕਿ ਉਹਨਾਂ ਨੂੰ ਲੇਜ਼ੀ ਬਣਾਉਣਾ ਚਾਹੀਦਾ ਫ੍ਰੀ ਦੇ ਵਿੱਚ ਸਰਵਿਸਿਜ਼ ਦੇ ਕੇ। ਇਹ ਜੋ ਐਸਪੈਕਟ ਹੈ, ਇਹਦਾ ਕਹਿਣਾ ਹੈ ਕਿ ਪਿਛਲੇ 50 ਸਾਲਾਂ ਤੋਂ, ਪਿਛਲੇ 70 ਸਾਲਾਂ ਤੋਂ ਅਗਰ ਇੰਡੀਆ ਦੇ ਵਿੱਚ ਜੋ ਵੀ ਹੋਇਆ ਹੈ ਉਹਦੇ ਲਈ ਨਹਿਰੂ ਜ਼ਿੰਮੇਵਾਰ ਹੈ। ਈਵਨ ਅੱਜ ਵੀ ਜੋ ਹੋ ਰਿਹਾ ਉਹਦੇ ਲਈ ਨਹਿਰੂ ਜ਼ਿੰਮੇਵਾਰ ਹੈ। ਇਹ ਉਹ ਵਿਚਾਰਧਾਰਾ ਜਿਹੜੀ ਸੋਸ਼ਲਿਜ਼ਮ ਨੂੰ ਮਾੜਾ ਕਹਿੰਦੇ ਆ, ਕੰਡੈਮ ਕਰਦੇ ਆ। ਉਹਨਾਂ ਦਾ ਕਹਿਣ ਦਾ ਭਾਵ ਸਹੀ ਵੀ ਹੋ ਸਕਦਾ, ਗਲਤ ਵੀ ਹੋ ਸਕਦਾ। ਯੂ ਵਿਲ ਡੂ ਦਾ ਡਿਸੀਜਨ, ਕਿਉਂਕਿ ਦੇਸ਼ ਨੂੰ ਅਲਟੀਮੇਟਲੀ ਅੱਜ ਦੇ ਟਾਈਮ 1991 ਤੋਂ ਬਾਅਦ ਪ੍ਰਾਈਵੇਟਾਈਜੇਸ਼ਨ ਵੱਲ ਲਿਆਂਦਾ ਗਿਆ ਸੀ, ਔਰ ਅੱਜ ਤਾਂ BJP ਦੀ ਸਰਕਾਰ ਆਉਣ ਤੋਂ ਬਾਅਦ ਦੇਸ਼ ਨੂੰ ਮੋਨੇਟਾਈਜੇਸ਼ਨ ਪਾਈਪਲਾਈਨ ਜਿਹੜੀ ਆ ਉਹਦੇ ਵਿੱਚ ਪਾ ਕੇ ਦੇਸ਼ ਦੀਆਂ ਰੇਲਵੇਜ਼, 에ਅਰਪੋਰਟਸ, ਪੋਰਟਸ, ਐਵਰੀਥਿੰਗ ਪ੍ਰਾਈਵੇਟ ਹੱਥਾਂ 'ਚ ਦੁਬਾਰਾ ਦੇ ਦਿੱਤਾ ਗਿਆ। ਹੁਣ ਆਪਾਂ ਉਸ ਨਜ਼ਰੀਏ ਦੀ ਗੱਲ ਕਰਦੇ ਹਾਂ ਜਿਹੜਾ ਸੋਸ਼ਲਿਜ਼ਮ ਨੂੰ ਬਹੁਤ ਵਧੀਆ ਮੰਨਦਾ ਹੈ ਕਿ ਨਹਿਰੂ ਦਾ ਜੋ ਸੋਸ਼ਲਿਜ਼ਮ ਇੰਡੀਆ ਦੇ ਵਿੱਚ 30 ਸਾਲ ਰਿਹਾ, ਉਹਦੇ ਨਾਲ ਇੰਡੀਆ ਦੀ ਗਰੋਥ, ਇੰਡੀਆ ਦਾ ਬਹੁਤ ਭਲਾ ਹੋਇਆ। ਜੋ ਸੋਸ਼ਲਿਜ਼ਮ ਹੈ, ਜੋ ਸਮਾਜਵਾਦ ਹੈ, ਉਹ ਜਨ ਕਲਿਆਣਕਾਰੀ ਨੀਤੀਆਂ ਬਣਾਉਂਦਾ, ਲੋਕ ਭਲਾਈ ਦੀਆਂ ਨੀਤੀਆਂ ਬਣਾ ਕੇ, ਪਾਲਿਸੀਜ਼ ਬਣਾ ਕੇ ਲੋਕਾਂ ਦੀ ਵੈਲਫੇਅਰ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਆ। ਉਹ ਲੋਕਾਂ ਨੂੰ ਇੱਕ ਲੈਵਲ ਤੇ ਲੈ ਕੇ ਆਉਣਾ ਚਾਹੁੰਦੇ ਆ ਤਾਂ ਕਿ ਜੋ ਓਪਰਚੁਨਿਟੀਜ਼ ਆ, ਜੋ ਫੈਸਿਲਿਟੀਜ਼ ਆ, ਉਹ ਸਭ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਬਰਾਬਰ ਮਿਲਣ। ਅਗਰ ਆਪਾਂ ਪਿਛਲੀ ਸਰਕਾਰਾਂ ਦੀਆਂ, ਨਹਿਰੂ ਦੇ ਟਾਈਮ ਤੋਂ ਅਗਰ ਆਪਾਂ ਨੀਤੀਆਂ ਦੀ ਦੇਖੀਏ ਵੀ ਕੀ ਪਾਲਿਸੀਜ਼ ਆਪਣੀਆਂ ਲਾਗੂ ਹੋਈਆਂ, ਤਾਂ ਕਈ ਐਦਾਂ ਦੀਆਂ ਪਾਲਿਸੀਜ਼ ਆ ਜਿਵੇਂ ਕਿ ਇੰਡੀਆ ਦੇ ਵਿੱਚ ਉਸ ਟਾਈਮ ਜਿਹੜੇ ਜੰਮਦੇ ਬੱਚੇ ਸੀ ਉਹਨਾਂ ਦੀ ਮੌਤ ਹੋ ਜਾਂਦੀ ਸੀ। ਇਨਫੈਂਟ ਮੋਰਟੈਲਿਟੀ ਰੇਟ ਬਹੁਤ ਸੀ, ਔਰਤਾਂ ਦੀ ਮੌਤ ਹੋ ਜਾਂਦੀ ਸੀ ਬੱਚੇ ਨੂੰ ਜਨਮ ਦਿੰਦੇ ਵਕਤ। ਸੋ ਇਹ ਜੋ ਮੈਟਰਨਲ ਮੋਰਟੈਲਿਟੀ ਰੇਟ, ਇਨਫੈਂਟ ਮੋਰਟੈਲਿਟੀ ਰੇਟ ਸੀਗਾ, ਇਸ ਮੌਤ ਦਰ ਨੂੰ ਘੱਟ ਕਰਨ ਦੇ ਲਈ ਇੰਟੀਗ੍ਰੇਟਡ ਚਾਈਲਡ ਡਿਵੈਲਪਮੈਂਟ ਇੱਕ ਪ੍ਰੋਗਰਾਮ ਹੈ ਜੋ ਹੈਲਥ ਦੇ ਵਿੱਚ, ਆਪਣੇ ਇੰਡੀਆ ਦੇ ਹੈਲਥ ਸਿਸਟਮ ਦੇ ਵਿੱਚ ਇੱਕ ਬਹੁਤ ਵਧੀਆ ਢੰਗ ਦੇ ਨਾਲ ਇੰਪਲੀਮੈਂਟਡ ਪ੍ਰੋਗਰਾਮ ਹੈ, ਜਿਹਦੇ 'ਚ ਪੈਸੇ ਤੱਕ ਦਿੱਤੇ ਜਾਂਦੇ ਆ, ਵਧੀਆ ਖਾਣਾ ਦਿੱਤਾ ਜਾਂਦਾ, ਪ੍ਰੋਪਰ ਚੈੱਕਅਪ ਫ੍ਰੀ ਦੇ ਵਿੱਚ ਦਿੱਤੇ ਜਾਂਦੇ ਆ। ਸੋ ਇਹ ਇੱਕ ਸਮਾਜਵਾਦੀ ਵਿਚਾਰਧਾਰਾ ਔਰ ਸਮਾਜਵਾਦੀ ਪਾਲਿਸੀ ਦੀ ਦੇਣ ਹੈ ਕਿ ਲੋਕਾਂ ਨੂੰ, ਜ਼ਰੂਰਤਮੰਦ ਲੋਕਾਂ ਨੂੰ ਇਹ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾਣ ਬਿਨਾਂ ਭੇਦਭਾਵ ਤੋਂ। ਇਸ ਤੋਂ ਇਲਾਵਾ ਮਿਡ ਡੇ ਮੀਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ।
ਜਿਹਦੇ ਵਿੱਚ ਬੱਚਿਆਂ ਦੇ ਵਿੱਚ ਮਾਲ ਨਿਊਟ੍ਰੀਸ਼ਨ, ਜੋ ਇੰਡੀਆ 'ਚ ਉਸ ਟਾਈਮ ਬਹੁਤ ਕੁਪੋਸ਼ਣ ਸੀਗਾ, ਬਹੁਤ ਮਾਲ ਨਿਊਟ੍ਰੀਸ਼ਨ ਸੀ, ਉਹਦੇ ਤੋਂ ਕਿਤੇ ਨਾ ਕਿਤੇ ਬੱਚਿਆਂ ਨੂੰ ਨਰਿਸ਼ਡ ਪਾਸੇ ਨੂੰ ਲੈ ਕੇ ਆਂਦਾ ਗਿਆ। ਪ੍ਰਾਈਮ ਮਿਨਿਸਟਰ ਆਵਾਸ ਯੋਜਨਾ ਜਿਹੜੀ ਰੂਰਲ ਐਂਡ ਅਰਬਨ ਸ਼ਹਿਰਾਂ ਦੇ ਵਿੱਚ ਔਰ ਪਿੰਡਾਂ 'ਚ ਚਲਾਈ ਗਈ, ਜਿਹਦੇ ਵਿੱਚ ਜ਼ਰੂਰਤਮੰਦ ਪਰਿਵਾਰਾਂ ਨੂੰ ਅੱਜ ਤੱਕ ਘਰ ਦਿੱਤੇ ਜਾਂਦੇ ਆ ਸਰਕਾਰ ਵੱਲੋਂ ਬਣਾ ਕੇ। ਇਦਾਂ ਦੀਆਂ ਜੋ ਸਕੀਮਸ ਆ, ਇਹ ਲੋਕਾਂ ਦੀ ਵੈਲਫੇਅਰ, ਸਮਾਜਵਾਦੀ ਸਕੀਮਸ ਹੈ ਕਿ ਲੋਕਾਂ ਨੂੰ ਸਰਕਾਰ ਮਦਦ ਕਰੇ ਅਪਲਿਫਟਮੈਂਟ ਦੇ ਵਿੱਚ। ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕਰਨਾ ਇੰਡੀਆ ਦੇ ਵਿੱਚ ਲੋਕਾਂ ਨੂੰ, ਬੱਚਿਆਂ ਨੂੰ, ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਬਿਲਕੁਲ ਫ੍ਰੀ ਐਜੂਕੇਸ਼ਨ ਹੈ, ਪ੍ਰਾਇਮਰੀ ਐਜੂਕੇਸ਼ਨ, ਸੈਕੰਡਰੀ ਐਜੂਕੇਸ਼ਨ ਟੋਟਲੀ ਫ੍ਰੀ ਹੈ। ਸੋ ਇਹ ਵੀ ਇੱਕ ਸਮਾਜਵਾਦੀ ਨੀਤੀ ਹੈ। ਉਸ ਤੋਂ ਬਾਅਦ ਜੋ ਐਮਪੀ ਲੈਡ ਫੰਡਸ ਆਉਂਦੇ ਆ, ਜਿਹੜਾ ਮੈਂਬਰ ਆਫ ਪਾਰਲੀਮੈਂਟਸ ਹੈ, ਪਾਰਲੀਮੈਂਟ ਹੁੰਦਾ, ਉਹਨੂੰ ਫੰਡ ਦਿੱਤੇ ਜਾਂਦੇ ਆ, ਜਿਹਦੇ ਚੋਂ 5 ਕਰੋੜ ਇੱਕ ਸਾਲ ਤੱਕ ਆਪਣੇ ਏਰੀਏ ਦੀ ਡਿਵੈਲਪਮੈਂਟ ਲਈ ਖਰਚ ਸਕਦੇ ਆ। ਉਹ ਜਿਹੜੀ ਚੀਜ਼ ਆ ਉਹ ਵੀ ਇੱਕ ਜਨ ਕਲਿਆਣਕਾਰੀ ਯੋਜਨਾ। ਇਸ ਤੋਂ ਇਲਾਵਾ ਵੀ ਬਹੁਤ ਜਨ ਕਲਿਆਣਕਾਰੀ ਯੋਜਨਾਵਾਂ ਹੈਗੀਆਂ ਆ ਜਿਹੜੀਆਂ ਇੰਡੀਆ ਨੂੰ ਸੋਸ਼ਲਿਜ਼ਮ ਦੀ ਸੋਚ ਦੇ ਨਾਲ ਇੱਕ ਵੈਲਫੇਅਰ ਸਟੇਟ ਬਣਾਉਂਦੀਆਂ ਨੇ। ਭਾਰਤ ਦੀ ਆਜ਼ਾਦੀ ਤੋਂ ਬਾਅਦ ਇੰਡੀਆ ਨੂੰ ਇੱਕ ਸਟੇਬਲ ਕੰਟਰੀ ਬਣਾਉਣ ਦੇ ਲਈ ਪੰਡਿਤ ਨਹਿਰੂ ਵੱਲੋਂ ਇਹ ਜੋ ਸਮਾਜਵਾਦ ਦੀਆਂ ਆਪਸ਼ਨਸ, ਜਿੰਨੀਆਂ ਵੀ ਨੀਤੀਆਂ ਜਨ ਕਲਿਆਣਕਾਰੀ ਬਣਾਈਆਂ ਗਈਆਂ, ਇਦਾਂ ਵੀ ਲੱਗਦਾ ਕਿ ਉਸ ਟਾਈਮ ਦੇ ਉਸ ਸਮੇਂ ਦੀ ਜ਼ਰੂਰਤ ਸੀ। ਕਈ ਰਿਪੋਰਟਸ ਕਹਿੰਦੀਆਂ ਕਿ ਉਸ ਟਾਈਮ ਇੰਡੀਅਨ ਜਿਹੜੇ ਲੋਕ ਸੀਗੇ, ਗੋਰਿਆਂ ਦੇ ਦੇਸ਼ ਛੱਡਣ ਤੋਂ ਬਾਅਦ, ਕਲੋਨੀਅਲ ਇਰਾ ਦੇ ਖਤਮ ਹੋਣ ਤੋਂ ਬਾਅਦ, ਲੋਕਾਂ ਕੋਲ ਕੱਪੜੇ ਵੀ ਨਹੀਂ ਸੀ ਪਾਉਣ ਲਈ, ਭੁੱਖਮਰੀ ਸੀਗੀ, ਖਾਣ ਨੂੰ ਨਹੀਂ ਸੀ ਮਿਲਦਾ, ਮੁੱਠੀ ਭਰ ਖਾਣਾ ਉਹ 2-2 ਦਿਨ ਚਲਾ ਜਾਂਦੇ ਸੀ ਕਿ ਇੰਨੀ ਬੁਰੀ ਹਾਲਤ ਸੀ। ਲੋਕ ਗਰੀਬੀ ਰੇਖਾ ਤੋਂ ਬਹੁਤ ਥੱਲੇ ਸੀ ਔਰ ਪਰ ਡੇ ਉਹਨਾਂ ਦੀ ਜਿਹੜੀ ਪਰ ਕੈਪੀਟਾ ਇਨਕਮ ਸੀਗੀ ਉਹ ਬਹੁਤ ਲੋ ਸੀ। ਸੋ ਉਹਨਾਂ ਲੋਕਾਂ ਦੀ ਅਪਲਿਫਟ ਕਰਨ ਦੇ ਲਈ ਇਹ ਸਮਾਜਵਾਦ ਦਾ, ਇਹ ਸਮਾਜਵਾਦੀ ਨੀਤੀਆਂ ਦਾ ਹੋਣਾ ਬਹੁਤ ਜ਼ਰੂਰੀ ਸੀ। ਥੈਂਕ ਯੂ ਸੋ ਮਚ ਫॉर ਵਾਚਿੰਗ।